ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰ ਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰ ਰਹੇ ਹਾਂ। ਜਿੰਨੀ ਕੁ ਸੋਝੀ ਗੁਰ ਬਖਸ਼ਦਾ ਹੈ, ਗੁਰਬਾਣੀ ਬਖਸ਼ਦੀ ਹੈ, ਉਨੀ ਕੀ ਵਿਚਾਰ ਆਪਾਂ ਕਰਦੇ ਹਾਂ। ਆਪਾਂ ਆਪਣੇ ਕੋਲੋਂ ਕੋਈ ਵੀ ਮਤ ਵਰਤ ਕੇ ਵਿਚਾਰ ਨਹੀਂ ਕਰਦੇ। ਅੱਜ ਦਾ ਜੋ ਸਾਹਿਬ ਦਾ ਫਰਮਾਨ ਹੈ, ਪਾਤਸ਼ਾਹ ਕਹਿੰਦੇ ਆ, ਸੁਣਿਆ ਈਸਰ ਬ੍ਰਹਮਾ ਇੰਦਰ, ਸੁਣਿਆ ਮੁਖ ਸੁਲਾਹਣ ਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸ਼ਾਸਤਰ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਸੁਣਿਆ ਆਪਾਂ ਕੱਲ ਵੀ ਇਹ ਵਚਨ ਵਿਚਾਰਿਆ ਸੀ ਪਾਤਸ਼ਾਹ ਦਾ। ਇਹ ਚਾਰੇ ਪਾਦੇ ਨੇ, ਚਾਰਾਂ ਦੇ ਵਿੱਚ ਹੀ ਸੁਣਿਆ ਦੀ ਗੱਲ ਕੀਤੀ ਗਈ ਹੈ। ਸੁਣਿਆ ਦਾ ਭਾਵ ਹੁੰਦਾ ਜਿਹਨੂੰ ਅਨਹਦ ਨਾਦ ਸੁਣਦਾ ਹੈ, ਜਿਹਨੂੰ ਤੁਰਕੀ ਬਾਣੀ ਸੁਣਦੀ ਹੈ। ਜਿਨ੍ਹਾਂ ਨੂੰ ਅਸਲ ਵਿੱਚ ਨਾਦ ਸੁਣਿਆ, ਉਹਨਾਂ ਨੇ ਹੀ ਇਹ ਦੱਸਿਆ ਕਿ ਜਿਨ੍ਹਾਂ ਨੂੰ ਅਸਲ ਵਿੱਚ ਨਾਦ ਨਹੀਂ ਸੀ ਸੁਣਦਾ, ਉਹਨਾਂ ਨੇ ਵੀ ਕਿਹਾ ਸਾਨੂੰ ਨਾਦ ਸੁਣਦਾ ਹੈ। ਪਾਤਸ਼ਾਹ ਨੇ ਆ ਕੇ ਉਹਨਾਂ ਦੀ ਕਮੀ ਦੱਸੀ ਵੀ ਤੁਹਾਨੂੰ ਨਾਦ ਨਹੀਂ ਸੀ ਸੁਣਦਾ। ਜਿਹੜਾ ਨਾਦ ਤੁਸੀਂ ਕਹਿੰਦੇ ਹੋ ਸਾਨੂੰ ਸੁਣਦਾ, ਉਹਦੇ ਵਿੱਚੋਂ ਜੋ ਪ੍ਰਾਪਤੀ ਹੋਈ ਉਹ ਦੱਸ ਦਿਓ। ਸੋ ਜਿਹੜਾ ਨਾਦ ਸਾਨੂੰ ਸੁਣਦਾ, ਅਸੀਂ ਤੁਹਾਨੂੰ ਉਹਨਾਂ ਦੀ ਪ੍ਰਾਪਤੀ ਦੱਸਦੇ ਹਾਂ, ਜਾਂ ਸਾਡੀ ਪ੍ਰਾਪਤੀ 'ਚ ਕੋਈ ਕਮੀ ਦੱਸੋ। ਨਹੀਂ, ਜੋ ਕੁਝ ਤੁਹਾਨੂੰ ਸੁਣਿਆ ਉਹ ਤੁਸੀਂ ਦੱਸੋ, ਅਸੀਂ ਉਹਦੇ ਵਿੱਚ ਕਮੀ ਦੱਸਦੇ ਹਾਂ। ਕਮੀ ਕੋਈ ਕਿਸੇ ਦੀ ਹੇਠੀ ਕਰਨ ਵਾਸਤੇ ਨਹੀਂ ਦੱਸਦੇ, ਕਮੀ ਦੱਸਦੇ ਆ ਕਿਸੇ ਦਾ ਸੁਧਾਰ ਕਰਨ ਵਾਸਤੇ। ਜੇ ਡਾਕਟਰ ਕਿਸੇ ਦਾ ਆਪਰੇਸ਼ਨ ਕਰਦਾ ਤਾਂ ਉਹਨੂੰ ਤੰਦਰੁਸਤ ਕਰਨ ਵਾਸਤੇ ਕਰਦਾ, ਨਾ ਕਿ ਉਹਨੂੰ ਮਾਰਨ ਵਾਸਤੇ ਕਰਦਾ। ਇਸੇ ਤਰ੍ਹਾਂ ਗੁਰਮਤ ਨੇ ਬ੍ਰਾਹਮਣ ਮਤ ਦਾ ਜਾਂ ਸਨਾਤਨ ਮਤ ਦਾ ਕੋਈ ਤਿਰਸਕਾਰ ਨਹੀਂ ਕੀਤਾ, ਸਗੋਂ ਉਹਨਾਂ ਦੇ ਭਲੇ ਵਾਸਤੇ ਦੱਸਿਆ ਵੀ ਜਿਹਨੂੰ ਤੁਸੀਂ ਧਰਮ ਮੰਨਦੇ ਹੋ, ਅਸਲ ਵਿੱਚ ਧਰਮ ਨਹੀਂ, ਇਹ ਮਤ ਹੈ। ਮਤ ਤੇ ਧਰਮ ਦਾ ਬਹੁਤ ਫਰਕ ਹੁੰਦਾ। ਧਰਮ ਇੱਕੋ ਹੀ ਹੁੰਦਾ, ਮੱਤਾਂ ਵੱਖੋ ਵੱਖਰੀਆਂ ਹੁੰਦੀਆਂ ਨੇ। ਸੋ ਪਾਤਸ਼ਾਹ ਨੇ ਨਾਲ ਦੀ ਨਾਲ, ਹੇ ਮੇਰੇ ਮਨਾ, ਤੈਨੂੰ ਬ੍ਰਹਮ ਦੀ ਸੋਝੀ ਵੀ ਦਿੱਤੀ ਹੈ, ਤੇ ਨਾਲ ਦੀ ਨਾਲ ਹੀ ਜੋ ਪਹਿਲਾਂ ਜੋ ਹੋ ਚੁੱਕੇ ਨੇ ਉਹਨਾਂ ਦਾ ਵੀ ਸੁਗਿਆਨ ਕਰਾਇਆ, ਅਸਲ ਵੀ ਦੱਸਿਆ, ਤੇ ਜੋ ਨਕਲ ਸੀ ਉਹ ਵੀ ਦੱਸਿਆ, ਕਿਉਂਕਿ ਕੱਲ ਨੂੰ ਤੇਰੇ ਨਾਲ ਠੱਗੀ ਨਾ ਹੋ ਜਾਵੇ। ਜਿਵੇਂ ਕੋਈ ਜੌਹਰੀ ਹੈ, ਜਦੋਂ ਉਹ ਹੀਰਿਆਂ ਦਾ ਕੰਮ ਕਰਦਾ ਤਾਂ ਉਹਨੂੰ ਨਾਲ ਇਹ ਵੀ ਦੱਸਿਆ ਜਾਂਦਾ, ਭਾਈ ਨਕਲੀ ਚੀਜ਼ ਆ ਹੈ, ਅਸਲੀ ਚੀਜ਼ ਆ ਹੈ, ਤਾਂ ਹੀ ਉਹ ਪਛਾਣ ਕਰੂਗਾ, ਨਹੀਂ ਤਾਂ ਨਕਲੀ ਨੂੰ ਵੀ ਅਸਲੀ ਦੇ ਵਿੱਚ ਰੱਖੀ ਜਾਊਗਾ। ਇਸੇ ਕਰਕੇ ਗੁਰਬਾਣੀ ਵੀ ਸੋਝੀ ਬਖਸ਼ਦੀ ਹੈ ਕਿ ਖਰੇ ਖਜ਼ਾਨੇ ਪਾਈ ਹੈ, ਖੋਟੇ ਸੱਟੀ ਹੈ ਬਾਹਰ ਬਾਹਰ। ਇਹਦਾ ਮਤਲਬ ਪਹਿਲਾਂ ਖੋਟਿਆਂ ਦਾ ਵੀ ਪਤਾ ਹੋਣਾ ਜ਼ਰੂਰੀ ਹੈ। ਗੁਰਮੁਖ ਖੋਟੇ ਖਰੇ ਪਛਾਣ, ਪਹਿਲਾਂ ਖੋਟ ਦਾ ਪਤਾ ਹੋਣਾ ਚਾਹੀਦਾ ਵੀ ਆਹ ਖੋਟੀ ਚੀਜ਼ ਹੈ, ਫੇਰ ਹੀ ਅਸਲੀ ਦਾ ਪਤਾ ਲੱਗੂਗਾ। ਇਸੇ ਕਰਕੇ ਪਹਿਲਾਂ ਹੇ ਮੇਰੇ ਮਨਾ, ਗੁਰਬਾਣੀ ਹੈ ਜਿਹੜੀ, ਇਹ ਗਿਆਨ ਰੂਪੀ ਨਾਮ ਹੈ, ਇਹ ਪ੍ਰਾਪਤ ਕਰਨਾ ਪਊਗਾ। ਫਿਰ ਗੁਰਬਾਣੀ ਰੂਪੀ ਗਿਆਨ ਤੋਂ ਪਤਾ ਲੱਗੂ ਵੀ ਅਸਲੀ ਨਾਮ ਕਿਹੜਾ ਹੈ, ਸੱਚੀ ਬਾਣੀ ਕਿਹੜੀ ਹੈ, ਧੁਰਕੀ ਬਾਣੀ ਕਿਹੜੀ ਹੈ, ਅਨਹਦ ਨਾਦ ਕੀ ਹੈ, ਅਨਹਤ ਨਾਦ ਕੀ ਹੈ, ਅਨਹਦ ਬਾਣੀ ਕੀ ਹੈ। ਉਹਦੀ ਸੋਝੀ ਫੇਰ ਆਉਣੀ ਹੈ, ਪਹਿਲਾਂ ਨਹੀਂ ਆਊਗੀ। ਪਹਿਲਾਂ ਗਿਆਨ ਹੈ, ਫੇਰ ਧਿਆਨ ਹੈ। ਜਦੋਂ ਗਿਆਨ ਪੂਰਾ ਆ ਗਿਆ, ਗਿਆਨ 'ਚੋਂ ਧਿਆਨ ਟਿਕਣਾ, ਧਿਆਨ ਦੇ ਵਿੱਚੋਂ ਬਾਣੀ ਪ੍ਰਗਟ ਹੋਣੀ ਹੈ। ਧੁਨ ਮਹਿ ਧਿਆਨ, ਧੁਨ ਦਾ ਗਿਆਨ ਲੈਣ ਦੀ ਲੋੜ ਨਹੀਂ ਹੈ, ਧੁਨ 'ਚ ਤਾਂ ਧਿਆਨ ਰੱਖਣਾ ਹੈ। ਧਿਆਨ ਮਹਿ ਜਾਣਿਆ, ਧਿਆਨ ਦੇ ਵਿੱਚੋਂ ਜਾਣ ਹੋਣਾ ਹੈ। ਗੁਰਮੁਖ ਅਕਥ ਕਹਾਣੀ, ਉਹ ਜਿਹੜਾ ਗੁਰਮੁਖੀ ਹੈ, ਉਹ ਜਿਹੜੀ ਸੁਗਿਆਨ ਹੈ, ਅੰਤਰਾਤਮਾ ਨੂੰ ਹੋਣਾ, ਉਹਦੀ ਜਿਹੜੀ ਕਹਾਣੀ ਆ ਉਹ ਅਕਥ ਹੈ, ਉਹਦਾ ਵਿਖਿਆਨ ਨਹੀਂ ਹੁੰਦਾ। ਉਹਨੂੰ ਬਸ ਆਨੰਦ ਹੀ ਲਿਆ ਜਾਂਦਾ, ਉਹਦੇ ਵਿੱਚ ਸਮਾਇਆ ਜਾਂਦਾ ਹੈ। ਸੋ ਸੁਣਿਆ ਈਸਰ ਬ੍ਰਹਮਾ ਇੰਦ, ਸੁਣਿਆ ਮੁਖ ਸਲਾਹਣ ਮੰਦ। ਵੈਸੇ ਤੇ ਸ਼ਬਦ ਹੈਗਾ ਬਰਮਾ, ਗੁਰਬਾਣੀ 'ਚ ਬਰਮਾ ਸ਼ਬਦ ਸ੍ਰੇਸ਼ਟ ਨਹੀਂ ਹੈ, ਬ੍ਰਹਮਾ ਸ਼ਬਦ ਹੈ। ਇਹ ਹਾਹਾ ਸ਼ਬਦ ਸੀ, ਇਹ ਮਿਸਪ੍ਰਿੰਟ ਹੋ ਕੇ ਰਾਰਾ ਬਣ ਗਿਆ। ਸੰਭੂਕ ਨਾਮ ਦਾ ਇੱਕ ਰਿਸ਼ੀ ਹੋਇਆ, ਜਿਸ ਵੇਲੇ ਰਾਮਚੰਦਰ ਜੀ ਦਾ ਰਾਜ ਸੀ। ਉਹ ਭਗਤ ਸੀ, ਉਹ ਨਾਮ ਜਪਦਾ ਸੀ, ਉਹਨੇ ਹੁਕਮ ਨੂੰ ਬੁੱਝਿਆ ਹੋਇਆ ਸੀ।
ਪਰ ਉਸ ਵੇਲੇ ਦੀ ਜਿਹੜੀ ਸਨਾਤਨ ਮਤ ਫਿਲਾਸਫੀ ਸੀ ਉਹ ਇਸ ਗੱਲ ਦਾ ਵਿਰੋਧ ਕਰਦੀ ਸੀ ਤੇ ਰਾਮਚੰਦਰ ਕੋਲ ਸ਼ਿਕਾਇਤ ਕੀਤੀ ਤੇ ਰਾਮਚੰਦਰ ਨੇ ਉਸ ਨੂੰ ਮਾਰ ਦਿੱਤਾ। ਪਹਿਲਾਂ ਰਾਮਚੰਦਰ ਨੇ ਉਸ ਦੇ ਨਾਲ ਵਿਚਾਰ ਗੋਸ਼ਟੀ ਕੀਤੀ। ਜਦੋਂ ਉਹਨੇ ਵਿਚਾਰ ਕੀਤਾ ਤੇ ਬ੍ਰਾਹਮਣ ਇਸ ਗੱਲ ਤੋਂ ਤਕਲੀਫ ਮੰਨਦਾ ਸੀ ਤੇ ਰਾਮਚੰਦਰ ਨੂੰ ਗੁੱਸਾ ਦਿਵਾਇਆ। ਰਾਮਚੰਦਰ ਨੇ ਉਹਦਾ ਸਿਰ ਵੱਢ ਦਿੱਤਾ। ਇੱਕ ਭਗਤ ਦੇ ਉੱਪਰ ਪ੍ਰਹਾਰ ਕੀਤਾ। ਫਿਰ ਪੰਡਿਤ ਨੇ ਕਹਾਣੀ ਬਣਾ ਦਿੱਤੀ ਕਿ ਜਿਹੜਾ ਸੰਭੋਗ ਰਿਸ਼ੀ ਸੀ ਇਹ ਸ਼ੂਦਰ ਸੀ, ਸ਼ੂਦਰ ਹੋਣ ਕਰਕੇ ਹੀ ਇਹਨੂੰ ਵੱਢਿਆ ਗਿਆ। ਇਹ ਨਾਮ ਨਹੀਂ ਜਪ ਸਕਦਾ, ਜਦ ਕਿ ਰਾਮਚੰਦਰ ਜੀ ਵੇਲੇ ਵਰਨ ਵੰਡ ਨਹੀਂ ਸੀ, ਜਾਤ ਪਾਤ ਨਹੀਂ ਸੀ ਮੰਨੀ ਜਾਂਦੀ। ਜਾਤ ਪਾਤ ਆ ਕੇ ਮੰਨੂ ਨੇ ਸ਼ੁਰੂ ਕੀਤੀਆਂ ਨੇ ਤੇ ਮੰਨੂ ਹੁੰਦਾ ਕਲਯੁਗ ਦੇ ਵਿੱਚ ਆ ਗਿਆ, ਜੋ ਸਾਡੇ ਸੰਸਾਰੀ ਕਲਯੁਗ ਬਣਦੇ। ਸੋ ਕਹਿਣ ਦਾ ਭਾਵ ਕਿ ਜਿਨ੍ਹਾਂ ਨੂੰ ਧੁਰਕੀ ਬਾਣੀ ਸੁਣਦੀ ਹੈ ਉਹਨਾਂ ਦੀ ਜਿਹੜੀ ਫਿਲਾਸਫੀ ਹੈ, ਉਹਨਾਂ ਦੇ ਜਿਹੜੇ ਵਿਚਾਰ ਨੇ ਉਹ ਰਾਜੇ ਦੇ ਫਿੱਟ ਨਹੀਂ ਹੁੰਦੇ। ਰਾਜਾ ਚਾਹੇ ਸੰਸਾਰੀ ਹੋਵੇ ਚਾਹੇ ਧਾਰਮਿਕ ਹੋਵੇ, ਕਿਉਂਕਿ ਗੁਰਬਾਣੀ ਕਹਿੰਦੀ ਹੈ ਕੋਊ ਹਰ ਸਮਾਨ ਨਹੀਂ ਰਾਜਾ, ਇਹ ਭੂਪਿਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਹੁਣ ਜਿਹੜਾ ਵਿਅਕਤੀ ਇੱਕ ਰਾਜੇ ਨੂੰ ਝੂਠਾ ਕਹੇ ਤਾਂ ਉਹ ਰਾਜਾ ਕਿਵੇਂ ਉਹਨੂੰ ਸਵੀਕਾਰ ਕਰੂਗਾ? ਗੁਰਬਾਣੀ ਦਾ ਕਹਿੰਦੇ ਵੀ ਕੋਊ ਹਰ ਸਮਾਨ ਨਹੀਂ ਰਾਜਾ, ਵੀ ਪਰਮੇਸ਼ਰ ਦੇ ਬਰਾਬਰ ਨਹੀਂ ਕੋਈ ਹੈ। ਪਰਮੇਸ਼ਰ ਹੀ ਰਾਜਾ, ਬਾਕੀ ਤਾਂ ਸਭ ਦਾਸ ਨੇ, ਨੌਕਰ ਨੇ, ਸੇਵਕ ਨੇ, ਅਪਰਾਧੀ ਨੇ। ਰਾਜਾ ਉਹ ਹੈ। ਉਹ ਝੂਠੇ ਦਰਵਾਜ਼ੇ ਕਰਦੇ ਆ, ਸੋ ਝੂਠ ਨਾਲ ਜੁੜਦੇ ਆ। ਤੋ ਇੱਥੋਂ ਵੀ ਪਤਾ ਲੱਗਦਾ, ਤਾਂ ਹੀ ਉਹਨੂੰ ਰਾਜਾ ਹੀ, ਰਾਮਚੰਦਰ ਨੂੰ ਵੀ ਰਾਜਾ ਹੀ ਮੰਨਦੇ ਆ। ਜੇ ਤਾਂ ਰਾਮਚੰਦਰ ਜੀ ਦੇ ਹਿਰਦੇ 'ਚ ਸ਼ਬਦ ਗੁਰੂ ਪ੍ਰਗਟ ਹੁੰਦਾ ਤਾਂ ਕਦੇ ਰਾਜਾ ਨਾ ਕਹਾਉਂਦਾ, ਉਹ ਦਾਸ ਕਹਾਉਂਦਾ, ਸੇਵਕ ਕਹਾਉਂਦਾ, ਪਰ ਕਹਾਇਆ ਰਾਜਾ। ਸੋ ਇਸ ਤਰੀਕੇ ਨਾਲ ਇਹ ਪਹਿਲਾਂ ਤੋਂ ਚਲੀ ਆਉਂਦੀ ਹੈ ਕਿ ਜਿਹਦੇ ਅੰਦਰ ਸ਼ਬਦ ਗੁਰੂ ਪ੍ਰਗਟ ਹੁੰਦਾ ਉਹ ਸਾਰੇ ਸੰਸਾਰ ਦੇ ਨਾਲੋਂ ਵੱਖਰਾ ਹੁੰਦਾ ਹੈ ਤੇ ਉਹ ਸੰਸਾਰ ਦੀ ਕਿਸੇ ਵੀ ਧਰਮ ਰਹੁ ਰੀਤੀ ਨੂੰ ਜਾਂ ਰਾਜਨੀਕ ਰਹੁ ਰੀਤੀ ਨੂੰ ਨਹੀਂ ਮੰਨਦਾ। ਤੇ ਜਦੋਂ ਨਹੀਂ ਮੰਨਦਾ ਫਿਰ ਸੰਸਾਰ ਤਾਂ ਉਹਦਾ ਵਿਰੋਧੀ ਹੋਊਗਾ ਹੀ ਹੋਊਗਾ। ਜਿਵੇਂ ਪਾਤਸ਼ਾਹ ਕਹਿੰਦੇ ਆ, ਪ੍ਰਥਮੇ ਤਿਆਗੈ ਹਉਮੈ ਪ੍ਰੀਤ, ਦੁਤੀਆ ਤਿਆਗੈ ਲੋਗਾ ਰੀਤ। ਹੁਣ ਲੋਕਾਂ ਵਾਲੀ ਰੀਤ ਨੂੰ ਛੱਡਣਾ ਕਿਤੇ ਸੌਖਾ ਹੈ, ਪਰ ਤੀਜੇ ਪਾਤਸ਼ਾਹ ਨੇ ਛੱਡੀ ਹੈ। ਉਹਨਾਂ ਨੇ ਬਚਨ ਲਿਖੇ, ਉਹਨਾਂ ਨੇ ਸੰਸਾਰੀ ਰੀਤ ਨਹੀਂ ਕੋਈ ਵੀ ਮੰਨੀ, ਰਹਿਤ ਮੰਨੀ ਹੈ। ਹੁਣ ਰਹਿਤ ਨਿਰਾਕਾਰੀ ਹੁੰਦੀ ਹੈ। ਰਹਿਤ ਹੁੰਦਾ ਭਾਣਾ ਮੰਨਣਾ, ਹੁਕਮ 'ਚ ਰਹਿਣਾ, ਹੁਕਮ ਤੋਂ ਬਾਹਰ ਜਾਣਾ ਹੀ ਨਹੀਂ। ਸਰੀਰ ਕਰਕੇ ਜਿਹੋ ਜਿਹੀ ਮਰਜ਼ੀ ਮੁਸ਼ਕਲ ਆ ਜਾਵੇ, ਹੱਸ ਕੇ ਉਹਦਾ ਜਵਾਬ ਦੇਣਾ ਹੈ। ਕਿਉਂਕਿ ਗੁਰਬਾਣੀ ਨੇ ਪਹਿਲਾਂ ਹੀ ਇਹ ਗੱਲ ਤੇ ਮੁਕੰਮਲ ਕਰਤਾ ਉਸ ਜੋਤ ਨੂੰ ਕਿ ਰਾਮ ਰਤਨ ਤੋ ਪਾਈ ਹੈ ਪਹਿਲੇ ਤਜੈ ਸਰੀਰ। ਪਹਿਲਾਂ ਪਤਾ ਹੋਣਾ ਚਾਹੀਦਾ ਕਿ ਜਿਹੜਾ ਆਹ ਸਰੀਰ ਹੈ ਇਹ ਕੱਪੜਾ ਹੈ, ਅਸਲੀ ਸਰੀਰ ਜੋਤ ਹੈ। ਜਦੋਂ ਜੋਤ ਇਸ ਗੱਲ ਦੇ ਉੱਪਰ ਪੂਰਾ ਪਹਿਰਾ ਦਿੰਦੀ ਹੈ ਫਿਰ ਉਹਨੂੰ ਆਪਣੀ ਪੂਰੀ ਸੁੱਝੀ ਆ ਜਾਂਦੀ, ਫਿਰ ਉਹ ਕੱਪੜੇ ਤੋਂ ਨਹੀਂ ਪੈ ਖਾਂਦੀ। ਸੋ ਸੁਣਿਆ ਈਸ਼ਰ, ਈਸ਼ਰ ਬ੍ਰਹਮਾ ਭਾਵ ਕਿ ਜਿਹੜੇ ਬ੍ਰਾਹਮਣ ਨੇ, ਈਸ਼ਰ ਸ਼ਿਵ ਜੀ ਨੂੰ ਕਹਿ ਦਿੰਦੇ ਜਿਹੜੇ ਸ਼ਿਵ ਜੀ ਦੇ ਚੇਲੇ ਆ, ਬ੍ਰਹਮਾ ਉਹਨੂੰ ਕਹਿ ਦਿੰਦੇ ਜਿਹੜੇ ਪੰਡਤ ਨੇ, ਜਿਹੜੇ ਸੰਸਾਰੀ ਨੇ। ਤੀਜਾ ਹੈਗਾ ਇੰਦਰ, ਇੰਦਰ ਕਹਿੰਦੇ ਆ ਰਾਜੇ ਨੂੰ। ਇਹਨਾਂ ਨੇ ਵੀ ਇਸ ਗੱਲ ਦਾ ਦਾਅਵਾ ਕੀਤਾ ਕਿ ਸਾਨੂੰ ਵੀ ਕੁਝ ਸੁਣਦਾ ਹੈ, ਸਾਡੇ ਅੰਦਰ ਵੀ ਆਕਾਸ਼ਬਾਣੀ ਚੱਲਦੀ ਹੈ। ਪੰਡਤਾਂ ਨੇ ਆਪਣੇ ਆਪ ਨੂੰ ਬ੍ਰਹਮ ਗਿਆਨੀ ਕਹਾਇਆ ਕਿ ਅਸੀਂ ਬ੍ਰਹਮ ਗਿਆਨੀ ਹਾਂ। ਜੋਗੀਆਂ ਨੇ ਆਪਣੇ ਆਪ ਨੂੰ ਸ੍ਰੇਸ਼ਟ ਕਹਾਇਆ ਕਿ ਅਸੀਂ ਸ੍ਰੇਸ਼ਟ ਹਾਂ। ਜੋਗੀ ਦੀ ਬ੍ਰਾਹਮਣ ਨਾਲ ਨਹੀਂ ਬਣਦੀ, ਬ੍ਰਾਹਮਣ ਦੀ ਜੋਗੀ ਨਾਲ ਨਹੀਂ ਬਣਦੀ। ਇੰਦਰ ਰਾਜਾ, ਰਾਜੇ ਦੀ ਦੋਨਾਂ ਨਾਲ ਨਹੀਂ ਬਣਦੀ।
ਰਾਜਾ ਕਹਿੰਦਾ ਮੇਰੀ ਹੀ ਸਾਰਾ ਕੁਝ ਚੱਲਣਾ ਚਾਹੀਦਾ। ਜਦੋਂ ਰਾਜ ਭਾਗ ਚਲਾਉਣ ਦੇ ਲਈ ਫਿਰ ਉਹਨੂੰ ਕੰਪਰੋਮਾਈਜ਼ ਕਰਨਾ ਪੈਂਦਾ ਇਹਨਾਂ ਦੇ ਨਾਲ, ਨਾ ਚਾਹੁੰਦੇ ਹੋਏ ਵੀ ਉਹਨਾਂ ਦੀ ਅੱਧੀਆਂ ਗੱਲਾਂ ਮੰਨਣੀਆਂ ਪੈਂਦੀਆਂ ਨੇ। ਪਰ ਰਾਜਾ ਵੀ ਆਪਣੀ ਗੱਲ ਪੂਰੀ ਨਹੀਂ ਕਰ ਸਕਦਾ, ਬ੍ਰਾਹਮਣ ਵੀ ਆਪਣੀ ਪੂਰੀ ਗੱਲ ਨਹੀਂ ਕਰ ਸਕਦਾ, ਜੋਗੀ ਵੀ ਪੂਰੀ ਨਹੀਂ ਕਰ ਸਕਦਾ। ਅਧੂਰੀ ਗੱਲ ਤੇ ਕੰਪਰੋਮਾਈਜ਼ ਹੁੰਦਾ। ਇਹਦੇ ਵਿਚਾਲੇ ਇੱਕ ਭਗਤ ਆਉਂਦਾ ਜਿਹੜਾ ਆਪਣੀ ਗੱਲ ਪੂਰੀ ਕਰਦਾ। ਉਹ ਕਿਸੇ ਵੀ ਚੀਜ਼ ਨਾਲ ਕੰਪਰੋਮਾਈਜ਼ ਨਹੀਂ ਕਰਦਾ। ਉਹ ਕਹਿੰਦਾ ਸੱਚ ਦਾ ਸੱਚ ਹੀ ਹੈ। ਜਦੋਂ ਇੱਕ ਭਗਤ ਆ ਕੇ ਇਹਨਾਂ ਤਿੰਨਾਂ ਦੇ ਵਿਰੋਧ 'ਚ ਖੜਦਾ ਹੈ, ਸੰਸਾਰੀ ਤੌਰ ਤੇ ਜਿਹਨੂੰ ਅਸੀਂ ਵਿਰੋਧ ਕਹਿੰਦੇ, ਵੈਸੇ ਤਾਂ ਭਲੇ ਵਾਸਤੇ ਖੜਦਾ, ਪਰ ਉਹਨਾਂ ਨੂੰ ਤਾਂ ਲੱਗਦਾ ਸਾਡੇ ਵਿਰੋਧ 'ਚ ਖੜ ਗਿਆ, ਤਾਂ ਫਿਰ ਇਹ ਤਿੰਨੇ ਜਮਾਤਾਂ ਇਕੱਠੀਆਂ ਹੋ ਜਾਂਦੀਆਂ ਨੇ ਉਸ ਇੱਕ ਨੂੰ ਖਤਮ ਕਰਨ ਵਾਸਤੇ, ਉਹਦੀ ਵਿਚਾਰਧਾਰਾ ਨੂੰ ਖਤਮ ਕਰਨ ਵਾਸਤੇ। ਪਰ ਉਹ ਵਿਚਾਰਧਾਰਾ ਖਤਮ ਨਹੀਂ ਹੁੰਦੀ, ਇਹ ਤਿੰਨੇ ਵਿਚਾਰਧਾਰਾ ਰੱਦ ਹੋ ਜਾਂਦੀਆਂ ਨੇ। ਸਮੇਂ ਸਮੇਂ ਤੇ ਆ ਕੇ ਪਰਮੇਸ਼ਰ ਭਗਤਾਂ ਨੂੰ ਪ੍ਰਗਟ ਕਰਕੇ ਇਹਨਾਂ ਤਿੰਨੇ ਵਿਚਾਰਧਾਰਾ ਨੂੰ ਰੱਦ ਕਰਦਾ ਰਿਹਾ, ਕਰਦਾ ਰਹੂਗਾ ਤੇ ਕਰਦਾ ਹੈ। ਅੱਜ ਵੀ ਕਰਦਾ ਹੈ, ਪਿੱਛੇ ਵੀ ਕਰਦਾ ਆ। ਜੇ ਅੱਗੇ ਸ੍ਰਿਸ਼ਟੀ ਚਲਾਉਣੀ ਹੋਈ ਪਰਮੇਸ਼ਰ ਨੇ ਤਾਂ ਫਿਰ ਕਰੇਗਾ। ਹਰ ਯੁੱਗ ਯੁੱਗ ਭਗਤੋਂ ਪਾਇਆ ਆਉਂਦੇ ਰਹਿੰਦੇ। ਸੋ ਇਸੇ ਕਰਕੇ ਪੰਡਤ ਨੂੰ ਪਾਤਸ਼ਾਹ ਨੇ ਵੀ ਇਹ ਗੱਲ ਕਹੀ, ਕਹਿੰਦੇ ਕਹੋ ਰੇ ਪੰਡਤ ਬਾਹਮਣ ਕਬ ਕੇ ਹੋਏ। ਕਹਿੰਦੇ ਹੇ ਪੰਡਤ ਤੂੰ ਬਾਹਮਣ ਕਿੱਥੋਂ ਬਣ ਗਿਆ? ਕਿਉਂਕਿ ਬ੍ਰਾਹਮਣ ਤਾਂ ਉਹਨੂੰ ਕਹਿੰਦੇ ਜੋ ਬ੍ਰਹਮ ਆਪਣੇ ਬ੍ਰਹਮ ਦੀ ਵਿਚਾਰ ਕਰਦਾ। ਸੋ ਬ੍ਰਾਹਮਣ ਕਹੀਅਤ ਹੈ ਹਮਾਰਾ, ਜੋ ਬ੍ਰਹਮ ਵਿਚਾਰ ਹੈ, ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਉਹਨੂੰ ਬ੍ਰਾਹਮਣ ਕਹਿੰਦੇ। ਉਹ ਤਾਂ ਪਾਤਸ਼ਾਹ ਕਹਿੰਦੇ ਅਸੀਂ ਹਾਂ, ਤੁਸੀਂ ਤਾਂ ਨਾਮ ਤਰੀਕ ਬ੍ਰਾਹਮਣ ਹੋ, ਅਸਲੀ ਨਹੀਂ ਹੋ, ਦਰਗਾਹੀ ਬ੍ਰਾਹਮਣ ਨਹੀਂ ਹੋ, ਸੰਸਾਰੀ ਬ੍ਰਾਹਮਣ ਹੋ। ਅਸੀਂ ਦਰਗਾਹੀ ਬ੍ਰਾਹਮਣ ਹੈ, ਅਸੀਂ ਦਰਗਾਹੀ ਪੰਡਤ ਹੈ। ਸੋ ਪੰਡਤ ਜੋ ਮਨ ਪ੍ਰਬੁੱਧ ਹੈ। ਇੱਕ ਦਰਗਾਹੀ ਪੰਡਤ ਹੈ, ਇੱਕ ਸੰਸਾਰੀ ਪੰਡਤ ਹੈ। ਇੱਕ ਸੰਸਾਰੀ ਬ੍ਰਾਹਮਣ ਹੈ, ਇੱਕ ਦਰਗਾਹੀ ਬ੍ਰਾਹਮਣ ਹੈ। ਇੱਕ ਜੋਤ ਕਰਕੇ ਬ੍ਰਾਹਮਣ ਹੈ, ਇੱਕ ਸਰੀਰ ਕਰਕੇ ਬ੍ਰਾਹਮਣ ਹੈ। ਇੱਕ ਜਾਤ ਕਰਕੇ ਸਿੱਖ ਹੈ, ਇੱਕ ਜੋਤ ਕਰਕੇ ਸਿੱਖ ਹੈ। ਹੇ ਮੇਰੇ ਮਨਾ ਤੂੰ ਜਾਤ ਕਰਕੇ ਸਿੱਖ ਹੈ, ਜੋਤ ਕਰਕੇ ਨਹੀਂ ਹੈ। ਜੇ ਤੂੰ ਜੋਤ ਕਰਕੇ ਸਿੱਖ ਹੁੰਦਾ, ਤੈਨੂੰ ਦੇ ਅੰਦਰ ਸੋਝੀ ਹੁੰਦੀ, ਤੈਨੂੰ ਪਤਾ ਹੁੰਦਾ, ਫਿਰ ਤੂੰ ਜਾਤ ਵੱਲ ਨਾ ਦੇਖਦਾ। ਜਾਣੋ ਜੋਤ, ਫਿਰ ਤੂੰ ਜੋਤ ਵੱਲ ਦੇਖਦਾ। ਸੋ ਪਾਤਸ਼ਾਹੀਆਂ ਨੇ ਉਹਨਾਂ ਨੂੰ ਪੂਰੀ ਖੁੱਲੀ ਛੁੱਟੀ ਦਿੱਤੀ ਵੀ ਤੁਸੀਂ ਆਪਣੀ ਆਕਾਸ਼ਬਾਣੀ ਬਾਰੇ ਸਾਨੂੰ ਦੱਸੋ। ਕਹੋ ਰੇ ਪੰਡਤ ਬਾਹਮਣ ਕਬ ਕੇ ਹੋਏ, ਬਾਹਮਣ ਕਹਿ ਕਹਿ ਜਨਮ ਮਤ ਖੋਏ। ਕਹਿੰਦੇ ਕਿਉਂ ਜਨਮ ਖਰਾਬ ਕਰਦਾ? ਤੂੰ ਬਾਹਮਣ ਨਹੀਂ, ਤੂੰ ਪੰਡਤ ਹੈ, ਤੂੰ ਬਾਹਮਣ ਬਣਨਾ ਹੈ। ਅਸੀਂ ਵੀ ਹੇ ਮੇਰੇ ਮਨਾ ਤੂੰ ਵੀ ਤਾਂ ਕਹਾਈ ਜਾਣਾ ਵੀ ਅਸੀਂ ਤਾਂ ਸਿੱਖ ਹੈ। ਤੂੰ ਸਿੱਖ ਨਹੀਂ ਹੈ, ਸਿੱਖ ਬਣਨ ਵਾਸਤੇ ਹੈ। ਸਿੱਖ ਬਣਨਾ, ਤੂੰ ਆਲਰੇਡੀ ਸਿੱਖ ਨਹੀਂ ਹੈ। ਜਦੋਂ ਤੂੰ ਆਲਰੇਡੀ ਮੰਨ ਹੀ ਲਿਆ ਵੀ ਮੈਂ ਸਿੱਖ ਹਾਂ, ਫਿਰ ਤੂੰ ਬਣਨ ਤੋਂ ਤਾਂ ਰਹਿ ਹੀ ਜਾਏਗਾ। ਸੋ ਬ੍ਰਾਹਮਣ ਜਾਂ ਪੰਡਤ ਜਿਹੜਾ ਸੰਸਾਰੀ ਹੈ, ਸਰੀਰ ਕਰਕੇ ਹੈ, ਉਹ ਕਿਸੇ ਨਾ ਕਿਸੇ ਹੱਥੋਂ ਵਿਕ ਵੀ ਜਾਂਦਾ, ਉਸਦੇ ਕਿਸੇ ਦਾ ਕੋਈ ਪ੍ਰਭਾਵ ਵੀ ਹੁੰਦਾ। ਸੋ ਗੁਰਬਾਣੀ ਮੁਤਾਬਕ ਜਿਹੜਾ ਬ੍ਰਹਮ ਹੈ ਤੇ ਸ਼ਿਵ ਜੀ ਹੈ, ਇਹ ਵੀ ਰਾਜ ਤੋਂ ਡਰਦੇ ਹੈ। ਉਹ ਵੀ ਨਹੀਂ ਚਾਹੁੰਦੇ ਹੈਗੇ। ਸ਼ਿਵ ਜੀ ਜੋਗੀ ਹੈ, ਪਹਾੜਾਂ 'ਚ ਰਹਿੰਦਾ ਹੈ। ਤੇ ਜਿਹੜਾ ਬ੍ਰਹਮ ਹੈ, ਜਿਹਨੂੰ ਮਾੜੀ ਮੋਟੀ ਸੋਝੀ ਹੈ, ਉਹ ਕਹਿੰਦਾ ਵੀ ਮੈਂ ਮਾਇਆ 'ਚ ਨਹੀਂ ਜਾਣਾ, ਕਿਉਂਕਿ ਤਪੋ ਰਾਜ ਰਾਜੋ ਨਰਕ ਵੀ ਮਿਲਣਾ। ਪਰ ਅੱਜ ਸਾਡੇ ਅੰਦਰ ਪਤਾ ਨਹੀਂ ਇਹ ਗੱਲ ਕਿਵੇਂ ਘਰ ਕਰ ਗਈ, ਅਸੀਂ ਵੀ ਰਾਜ ਕਰਨ ਦੀ ਇੱਛਾ ਰੱਖਣ ਲੱਗ ਗਏ, ਜਦ ਕਿ ਸਾਡੀ ਗੁਰਬਾਣੀ ਇਸ ਗੱਲ ਤੋਂ ਰੋਕ ਲਾਉਂਦੀ ਹੈ। ਉਹ ਤਾਂ ਕਹਿੰਦੀ ਹੈ ਪਰਮੇਸ਼ਰ ਰਾਜ ਹੈ, ਤੇ ਪਰਮੇਸ਼ਰ ਦਾ ਤਾਂ ਵੀ ਸਭ ਤੇ ਰਾਜ ਹੁੰਦਾ ਹੈ। ਰਾਜਾ ਸਗਲੀ ਸ੍ਰਿਸ਼ਟ ਕਾ, ਉਹ ਤਾਂ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਰਾਜਾ, ਉਹ ਪਰਮੇਸ਼ਰ ਹੈ। ਜੇ ਹੁਣ ਪਰਮੇਸ਼ਰ ਨਾਲ ਹੀ ਸਾਂਝ ਪੈ ਜਾਵੇ, ਜੇ ਰਾਜੇ ਨਾਲ ਹੀ ਸਾਂਝ ਪੈ ਜਾਵੇ, ਤਾਂ ਫਿਰ ਸਾਰਾ ਸੰਸਾਰ ਹੀ ਹੈ ਆਪਣਾ। ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਫਿਰ ਸਾਰਾ ਕੁਛ ਹੀ ਤੇਰਾ ਹੀ ਹੈ। ਫਿਰ ਤੈਨੂੰ ਰਾਜ ਕਰਨ ਦੀ ਤਾਂ ਲੋੜ ਹੀ ਨਹੀਂ। ਰਾਜ ਤਾਂ ਪਰਮੇਸ਼ਰ ਦਾ ਚੱਲ ਰਿਹਾ। ਚੱਲਦੇ ਰਾਜ ਦੇ ਵਿੱਚ ਆਪਣੀ ਡਿਊਟੀ ਨਿਭਾਉਣੀ ਹੈ, ਆਪਣਾ ਫਰਜ਼ ਪੂਰਾ ਕਰਨਾ ਹੈ। ਚਲਾ ਨਹੀਂ ਸਕਦਾ। ਤੂੰ ਰਾਜਾ ਕਿਵੇਂ ਬਣ ਜਾਏਗਾ? ਰਾਜਾ ਦਾ ਪਰਮੇਸ਼ਰ ਹੈ ਹੀ ਹੈ। ਗੁਰਬਾਣੀ ਨੇ ਇਸ ਗੱਲ ਤੋਂ ਰੋਕ ਲਾਈ ਹੈ, ਪਰ ਅੱਜ ਸਾਡੇ ਅੰਦਰ ਪਤਾ ਨਹੀਂ ਇਹ ਗੱਲ ਕਿੱਥੋਂ ਘਰ ਕਰ ਗਈ ਕਿ ਅਸੀਂ ਵੀ ਰਾਜ ਭਾਗ
ਭਾਲਦੇ ਹਾਂ। ਗੁਰਬਾਣੀ 'ਚ ਕਿਤੇ ਨਹੀਂ ਆਉਂਦਾ। ਗੁਰਬਾਣੀ 'ਚ ਆਉਂਦਾ ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲ ਰਾਜ। ਨਾਨਕ ਰਾਜ ਚਲਾਇਆ। ਹੁਣ ਨਾਨਕ ਜੀ ਨੇ ਕਿਹੜਾ ਰਾਜ ਚਲਾਇਆ? ਸੰਸਾਰੀ ਰਾਜ ਤਾਂ ਚਲਾਇਆ ਨਹੀਂ। ਨਿਰਾਕਾਰੀ ਰਾਜ ਜਿਹੜਾ ਚੱਲਦਾ ਹੈ, ਉਹਦੇ ਵਿੱਚ ਨਾਨਕ ਜੀ ਨੇ ਆ ਕੇ ਆਪਣਾ ਯੋਗਦਾਨ ਪਾਇਆ। ਪੰਥ ਚਲੈ ਤਬ ਜਗਤ ਮੈਂ, 10ਵੇਂ ਪਾਤਸ਼ਾਹ, ਪੰਥ ਤਾਂ ਪਹਿਲਾਂ ਹੀ ਚੱਲਦਾ। ਉਸ ਪੰਥ ਚੱਲਦੇ ਦੇ ਵਿੱਚ ਆਪਣੀ ਡਿਊਟੀ ਨਿਭਾਈ ਪਾਤਸ਼ਾਹ ਨੇ ਆ ਕੇ। ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ। ਵੀ ਤਾਂ ਚੱਲ ਰਿਹਾ, ਤੂੰ ਆਪਣੀ ਸਹਾਇਤਾ ਸਾਡੇ ਤੇ ਕਰ, ਅਸੀਂ ਵੀ ਨਾਲ ਹੈਗੇ ਆ। ਪਰ ਹੇ ਮੇਰੇ ਮਨਾ, ਤੂੰ ਅੰਦਰ ਦੇਖ, ਤੂੰ ਆਪਣੇ ਵੱਲ ਸਵੈਮ ਝਾਤੀ ਮਾਰ ਕਿ ਪਾਤਸ਼ਾਹ ਕੀ ਕਹਿੰਦੇ, ਤੂੰ ਕੀ ਕਰਦਾ ਹੈ। ਸੁਣਿਆ ਈਸ਼ਰ ਬ੍ਰਹਮਾ ਇੰਦ। ਜਿਹੜੇ ਉਹ ਜੋਗੀ ਸੀ, ਉਹ ਕਹਿੰਦੇ ਸਾਨੂੰ ਵੀ ਸੁਣਦੇ ਆ। ਜੋਗੀ ਈਸ਼ਰ ਸ਼ਿਵ ਜੀ ਦੇ ਚੇਲੇ ਆ, ਪਰ ਉਹਨਾਂ ਨੂੰ ਨਿਰਾਕਾਰੀ ਸੱਚ ਨਹੀਂ ਸੀ ਸੁਣਦਾ। ਨਾ ਨਿਰਾਕਾਰੀ ਬ੍ਰਹਮਾ ਕੋ ਕੁਛ ਸੀਗਾ, ਜਿਹੜੇ ਬਾਹਰ ਬ੍ਰਹਮਾ ਸੀ, ਨਾ ਨਿਰਾਕਾਰੀ ਗੱਲ ਇੰਦਰ ਕੋਲ ਹੈ। ਸਾਰਾ ਕੁਝ ਸੰਸਾਰੀ ਹੈ। ਪਰ ਜਿਹੜੇ ਗੁਰਬਾਣੀ ਦੇ ਨੇ ਇੰਦਰ, ਗੁਰਬਾਣੀ ਦਾ ਈਸ਼ਰ ਹੈ, ਗੁਰਬਾਣੀ ਦਾ ਬ੍ਰਹਮ ਹੈ, ਉਹ ਹੋਰ ਹੈ। ਗੁਰਬਾਣੀ ਦਾ ਜਿਹੜਾ ਬ੍ਰਹਮ ਹੈ, ਉਹ ਸਾਡਾ ਮੂਲ ਹੈ, ਉਹ ਬ੍ਰਹਮ ਹੈ। ਬ੍ਰਹਮਾ ਹੈਗਾ ਮਨ, ਬ੍ਰਹਮ ਹੈਗਾ ਮੂਲ। ਈਸ਼ਰ ਹੀ ਸਤਿਗੁਰ ਹੈ, ਈਸ਼ਰ ਸਾਡਾ ਮੂਲ ਹੈ। ਗੁਰਬਾਣੀ 'ਚ ਬਚਨ ਹੈ ਅੰਗ 967 ਦੇ ਉੱਪਰ, ਨਾਨਕ ਈਸ਼ਰ ਜਗਨਨਾਥ ਉੱਚ ਹੱਦੀ ਬੈਣ ਬਿਰ ਕਿਉ। ਨਾਨਕ ਜੀ ਆਪ ਈਸ਼ਰ ਨੇ। ਜੋਤ ਸਰੂਪ ਨੇ, ਤੇ ਜਗਨਨਾਥ ਉਹਨਾਂ ਦੇ ਕੋਲ ਹੁਕਮ ਹੈਗਾ। ਸਾਰੇ ਸੰਸਾਰ ਨੂੰ ਨੱਤ ਹੁਕਮ ਦੀ ਪਾਈ ਹੋਈ ਹੈ। ਉੱਚ ਹੱਦੀ ਬੈਣ, ਉਹਨਾਂ ਦੇ ਅੰਦਰ ਉੱਚ ਹੱਦੀ ਹੁੰਦੀ ਤੁਰਕੀ ਬਾਣੀ। ਉਹਦੇ ਬੈਣ, ਉਹਦੇ ਜਿਹੜੇ ਬੋਲ ਨੇ, ਉਹ ਬਿਰ ਕਿਉਂ, ਉਹ ਉਹਨਾਂ ਨੇ ਦੱਸੇ ਬੋਲ ਕੇ। ਸੱਤਾ ਤੇ ਬਲਵੰਡ ਜੀ ਇਸ ਗੱਲ ਦੀ ਗਵਾਹੀ ਦਿੰਦੇ ਕਿ ਜੋ ਕੁਛ ਨਾਨਕ ਜੀ ਨੇ ਬੋਲਿਆ, ਉਹ ਸ਼ੁੱਧ ਬੋਲਿਆ, ਉਹ ਸ੍ਰੇਸ਼ਟ ਬੋਲਿਆ, ਉਹੀ ਕੁਝ ਅਸੀਂ ਬੋਲਦੇ ਹਾਂ। ਸੋ ਜਿਹੜੇ ਦੂਜੇ ਨੇ, ਬਾਹਰੀ ਤੌਰ ਤੇ ਈਸ਼ਰ, ਬ੍ਰਹਮਾ, ਇੰਦਰ, ਉਹਨਾਂ ਬਾਰੇ ਵੀ ਗੁਰਬਾਣੀ ਕਹਿੰਦੀ ਹੈ। ਅੰਗ 394 ਦੇ ਉੱਪਰ, ਪਾਏ ਠਗੌਲੀ ਸਭ ਜਗ ਜੋਹਿਆ, ਬ੍ਰਹਮਾ ਵਿਸ਼ਨ ਮਹਾਦੇਵ ਮੋਹਿਆ। ਕਹਿੰਦੇ ਇਹਨੂੰ ਤਾਂ ਠੱਗ ਲਿਆ ਮਾਇਆ ਨੇ, ਸਾਰਾ ਜੱਗ ਹੀ ਮੋਹਿਆ ਹੋਇਆ। ਤੁਸੀਂ ਸਾਰੇ ਜੱਗ ਨੂੰ, ਪਾਤਸ਼ਾਹ ਕਹਿੰਦੇ ਅਸੀਂ ਜੋ ਕੇ ਦੇਖ ਲਿਆ, ਹਰ ਇੱਕ ਦੀ ਆਤਮਾ ਨੂੰ ਵੇਖਿਆ ਕਿ ਇਹ ਤਾਂ ਸਾਰਿਆਂ ਦੀ ਮਾਇਆ ਦੇ ਹੁਕਮ ਦੇ ਅਧੀਨ ਚੱਲ ਰਹੀ ਹੈ। ਇਹਨਾਂ ਦੇ ਜਿਹੜੇ ਵੱਡੇ ਵੱਡੇ ਸ੍ਰੇਸ਼ਟ ਬ੍ਰਹਮਾ ਹੁੰਦੇ ਨੇ, ਜਿਹੜੇ ਆਪਣੇ ਆਪ ਨੂੰ ਗਿਆਨਵਾਨ ਕਹਾਉਂਦੇ। ਵਿਸ਼ਨ ਹੁੰਦੇ ਨੇ ਜਿਹੜੇ ਬਹੁਤ ਵੱਡੇ ਵੱਡੇ ਆਪਣੇ ਆਪ ਨੂੰ ਧਰਮਾਤਮਾ ਰਾਜੇ ਵੀ ਕਹਾਉਂਦੇ। ਤੇ ਮਹਾਦੇਵ ਹੈ ਸ਼ਿਵ ਜੀ, ਜਿਹੜੇ ਸ਼ਿਵ ਜੀ ਦੇ ਚੇਲੇ ਨੇ, ਗੋਰਖ ਵਰਗੇ, ਭਗੰਦਰਨਾਥ ਵਰਗੇ, ਗੋਪੀਨਾਥ ਵਰਗੇ, ਉਹਨਾਂ ਨੂੰ ਵੀ ਸਾਰਿਆਂ ਨੂੰ ਦੇਖਿਆ, ਕਹਿੰਦੇ ਸੀ ਇਹ ਤਾਂ ਸਾਰੇ ਮੋਹੇ ਹੋਏ ਨੇ। ਇਹ ਦਰਗਾਹ 'ਚੋਂ ਫਰਮਾਨ ਆਇਆ ਹੋਇਆ, ਕਿਸੇ ਆਪਣੇ ਕੋਲੋਂ ਨਹੀਂ, ਪਾਤਸ਼ਾਹ ਨੇ ਕਹਿਤਾ, ਸੱਚਖੰਡ ਨੇ ਦੱਸਿਆ। ਗੁਰਬਾਣੀ ਕਹਿੰਦੀ ਆ 1158 ਅੰਗ ਦੇ ਉੱਪਰ, ਮੈਲਾ ਬ੍ਰਹਮਾ ਮੈਲਾ ਇੰਦ। ਕਹਿੰਦੇ ਤੁਹਾਡਾ ਤਾਂ ਜਿਹੜਾ ਬ੍ਰਹਮ ਹੈ ਉਹ ਤਾਂ ਮੈਲਾ ਹੈ। ਹੁਣ ਬ੍ਰਾਹਮਣ ਨੂੰ ਕਹਿੰਦੇ ਆ ਕਿ ਜਿਹੜਾ ਤੇਰਾ ਅੰਦਰ ਮਨ ਹੈ, ਤੇਰੀ ਆਤਮਾ ਤਾਂ ਮੈਲੀ ਹੈ। ਮੈਲਾ ਇੰਦ ਰਾਜੇ ਨੂੰ ਕਹਿੰਦੇ ਆ ਵੀ ਤੇਰਾ ਜਿਹੜਾ ਮਨ ਹੈ, ਮਨ ਇੰਦਰ ਹੈ, ਕਿਉਂਕਿ ਤੇਰੇ ਮਨ ਦੇ ਅੰਦਰ ਹੀ ਇੱਛਾ ਹੈ ਵੀ ਮੈਂ ਰਾਜ ਕਰਾਂ। ਉਹ ਤਾਂ ਕਹਿੰਦੇ ਇੱਛਾ ਹੀ ਮੈਲੀ ਹੈ। ਜਦੋਂ ਤੇਰੇ ਅੰਦਰ ਇੱਛਾ ਹੀ ਮੈਲੀ ਹੈ, ਇੱਛਾ ਹੀ ਗਲਤ ਹੈ, ਤਾਂ ਉਹਦਾ ਫਲ ਵੀ ਗਲਤ ਹੀ ਮਿਲੂਗਾ। ਫਿਰ ਜੈਸਾ ਸੇਵੇ ਤੈਸਾ ਹੋਏ, ਹੈ ਨਾ। ਤੇ ਤੁਹਾਡਾ ਇੰਦਰ ਕਿਹੋ ਜਿਹਾ, ਕਹਿੰਦੇ
ਅੰਗ 1344 ਉੱਪਰ ਵੀ ਕਹਿੰਦੇ ਆ, ਗੋਤਮ ਤਪਾ ਅਹਿਲਿਆ ਇਸਤਰੀ ਤਿਸ ਦੇਖ ਇੰਦਰ ਲੋਭਾਇਆ। ਰਾਜਾ ਦਾ ਕਹਿੰਦੇ ਇਹੋ ਜਿਹਾ ਹੁੰਦਾ ਹੈ। ਰਾਜੇ ਦੇ ਅੰਦਰ ਤਾਂ ਵਾਸ਼ਨਾਵਾਂ ਹੁੰਦੀਆਂ ਨੇ, ਔਰ ਆਪਾਂ ਦੇਖ ਵੀ ਸਕਦੇ ਹਾਂ ਵੀ ਜੋ ਰਾਜ ਮੱਧ ਦੇ ਵਿੱਚ ਨੇ ਉਹਨਾਂ ਦੇ ਅੰਦਰ ਇਹ ਵਾਸ਼ਨਾਵਾਂ ਵਾਧੂ ਨੇ। ਉਹ ਹਰ ਵੇਲੇ ਇਸਤਰੀਆਂ ਨਾਲ ਜੁੜੇ ਰਹਿੰਦੇ ਆ, ਉਹਨਾਂ ਦੇ ਤਨ ਨੂੰ ਹੀ ਪਰਖਦੇ ਰਹਿੰਦੇ ਆ, ਚਾਹੇ ਬੁੱਢੇ ਵੀ ਹੋ ਜਾਣ ਸਰੀਰ ਕਰਕੇ ਤਾਂ ਵੀ ਉਹਨਾਂ ਦੇ ਅੰਦਰ ਇਹ ਚੀਜ਼ ਚੱਲਦੀ ਰਹਿੰਦੀ ਹੈ। ਇੱਕ ਆਮ ਸੰਸਾਰੀ ਬੰਦੇ ਦੇ ਅੰਦਰ ਨਹੀਂ ਚੱਲਦੇ। ਹਰੇ ਸੰਸਾਰੀ ਬੰਦਾ ਆਪਣੀ ਇੱਜ਼ਤ ਲਈ ਕੁਛ ਨਾ ਕੁਛ ਸੋਚਦਾ, ਪਰ ਜਿਹੜਾ ਰਾਜਾ ਉਹ ਨਹੀਂ ਸੋਚਦਾ, ਕਿਉਂਕਿ ਉਹਦੇ ਕੋਲ ਰਾਜ ਮੱਧ ਹੁੰਦਾ ਹੈ। ਉਹ ਤਾਂ ਰਾਜ ਮੱਧ ਦੇ ਅੰਦਰ ਫਸਿਆ ਹੁੰਦਾ। ਸੋ ਸੁਣਿਆ ਈਸ਼ਰ ਬ੍ਰਹਮਾ ਇੰਦ। ਤੇ ਹੁਣ ਸੁਣਦੀ ਕਿਵੇਂ ਆ ਤੁਰਕੀ ਬਾਣੀ, ਥੋੜੀ ਜਿਹੀ ਆਪਾਂ ਇਹਨੂੰ ਵੀ ਵੇਖੀਏ ਵੀ ਉਹ ਚੀਜ਼ ਸੁਣਦੀ ਕਿਵੇਂ ਹੈ। ਅੰਗ 656 ਉੱਪਰ ਵੀ ਪਾਤਸ਼ਾਹ ਕਹਿੰਦੇ, ਮੂੰਦ ਲੀਏ ਦਰਵਾਜੇ ਬਾਜੀ ਲੈ ਅਨਹਦ ਬਾਜੇ। ਆ ਇਹਦੇ ਇਸ ਤਰੀਕੇ ਨਾਲ ਸੁਣਦੀ ਹੈ, ਮੂੰਦ ਲੀਏ ਦਰਵਾਜੇ, ਕਿ ਜਿਹੜੀ ਸੁਰਤ ਹੈ ਸਾਡੀ ਉਹ ਮਾਇਆ ਵਿੱਚ ਜਾਣ ਤੋਂ ਅਸੀਂ ਰੋਕ ਲਈਏ। ਜਿਹੜੀ ਸਾਡੇ ਅੰਦਰ ਫੁਰਨੇ ਉੱਠਦੇ ਆ, ਸਾਡੇ ਫੁਰਨੇ ਜਿਹੜੇ ਉਹ ਮਾਇਆ 'ਚ ਨਾ ਜਾਣ, ਸਾਡੀ ਸੋਚ ਮਲੀਨ ਨਾ ਹੋਵੇ, ਸਾਡੇ ਅੰਦਰ ਮੈਲ ਨਾ ਉੱਠੇ, ਸਾਡੇ ਅੰਦਰ ਬੈਰ ਵਿਰੋਧ ਨਾ ਹੋਵੇ, ਸਾਡੇ ਅੰਦਰ ਮਾੜਾ ਨਾ ਆਵੇ। ਅਸੀਂ ਹਰ ਵੇਲੇ ਭਲਾ ਸੋਚੀਏ, ਜਿੱਥੇ ਜਾਏ ਬਹੀਏ ਭਲਾ ਕਹੀਏ, ਝੋਲ ਅੰਮ੍ਰਿਤ ਪੀਜੈ। ਇਸ ਤਰ੍ਹਾਂ ਦੀ ਜਦੋਂ ਸਾਡੀ ਮਨੋਵਿਰਤੀ ਬਣਦੀ ਹੈ ਤਾਂ ਮੂੰਦ ਲੀਏ ਦਰਵਾਜੇ। ਹੁਣ ਜੋਗੀ ਨੇ ਕੀ ਕਰ ਲਿਆ, ਉਹਨੇ ਜੀ ਨੱਕ ਦੇ ਵਿੱਚ ਹੀ ਸਵਾਸ ਨੂੰ ਦੇਖਣ ਲੱਗ ਗਿਆ, ਅੱਖਾਂ ਬੰਦ ਕਰ ਲਈਆਂ, ਕੰਨਾਂ 'ਚ ਬੁੱਝੇ ਦੇ ਲਏ, ਇੰਦਰੀ ਨੂੰ ਰੋਕਣ ਲੱਗ ਗਿਆ, ਗੁਦਾ ਨੂੰ ਰੋਕਣ ਲੱਗ ਗਿਆ, ਉਹ ਇਹ ਸਰੀਰ ਨੂੰ ਰੋਕਣ ਲੱਗ ਗਏ। ਜਦ ਕਿ ਸਰੀਰ ਨੂੰ ਰੋਕਣ ਨਾ ਤਾਂ ਸਰੀਰ ਨੂੰ ਨੁਕਸਾਨ ਹੈ। ਗੁਰਬਾਣੀ ਨੇ ਕਿਤੇ ਨਹੀਂ ਆਖਿਆ। ਗੁਰਬਾਣੀ ਕਹਿੰਦੀ ਅੱਖਾਂ ਨਾ ਦੇਖ, ਕੰਨਾਂ ਨਾ ਸੁਣ, ਨਾਸਗਾ ਨਾ ਸੁਗੰਧੀ ਲੈ, ਮੂੰਹੋਂ ਬੋਲ। ਪਰ ਸੁਣ ਕੀ, ਵੇਖ ਕੀ, ਸੁਗੰਧੀ ਕੀ, ਬੋਲਣਾ ਕੀ ਹੈ, ਉਹ ਸਾਰਾ ਕੁਝ ਦੱਸਿਆ ਕਿ ਬੋਲੀ ਹੈ ਸੱਚ, ਸੱਚ ਬੋਲ। ਦੇਖਣਾ ਕੀ ਹੈ, ਜੋਤ ਜਾਣੋ ਜੋਤ ਨਾ ਪੁੱਛੋ ਜਾਤੀ। ਸਰੀਰ ਨਾ ਦੇ ਕਿਸੇ ਦਾ, ਅਗਲੇ ਦੇ ਅੰਦਰੋਂ ਜੋਤ ਦੇ। ਜੋਤ ਕੀ ਹੈ, ਸੁਗਿਆਨ। ਕੀ ਇਹਦੇ ਅੰਦਰ ਸੁਗਿਆਨ ਕਿੰਨਾ ਕੁ ਹੈ, ਫਿਰ ਉਸ ਸੁਗਿਆਨ ਦਾ ਪਟੰਤਰਾ ਕਰ ਕਿ ਇਹ ਸੁਗਿਆਨ ਸਹੀ ਵੀ ਹੈ ਜਾਂ ਗਲਤ ਵੀ ਹੈ। ਕੰਨਾਂ ਰਾਹੀਂ ਸੱਚ ਬਾਰੇ ਸੁਣ, ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨਾ ਧਰੀ ਕੰਨਾ। ਮਾਇਆ ਦੀਆਂ ਗੱਲਾਂ ਨਾ ਕੰਨਾਂ ਨਾਲ ਸੁਣੋ, ਸੱਚ ਬਾਰੇ ਸੁਣ। ਜੇ ਕੋਈ ਸੱਚ ਬਾਰੇ ਸੁਣਾਉਂਦਾ ਉਹਦੇ ਅੱਗੇ ਆਪਣਾ ਆਪਾ ਵੇਚ ਦੇ। ਤਨ ਮਨ ਕਾਟ ਦਿਓ ਗੁਰ ਆਗੈ। ਜੇ ਕੋਈ ਸੱਚ ਦੀ ਸੋਝੀ ਕਰਾ ਰਿਹਾ, ਪਾਤਸ਼ਾਹ ਕਹਿੰਦੇ ਮੈਂ ਤਾਂ ਉਹਦੇ ਅੱਗੇ ਤਨ ਮਨ ਕੱਟ ਕੇ ਦੇਣ ਨੂੰ ਵੀ ਤਿਆਰ ਹੈ, ਪਰ ਮੈਨੂੰ ਸੱਚ ਦੀ ਸੋਝੀ ਤਾਂ ਕਰਾਵੇ। ਪਰ ਜੇ ਸੱਚ ਦੀ ਸੋਝੀ ਨਹੀਂ ਕਰਾ ਸਕਦਾ, ਝੂਠ ਹੀ ਸੁਣਾਈ ਜਾ ਰਿਹਾ, ਫਿਰ ਸਾਕਤ ਸੰਗ ਨਾ ਕੀਜੀਏ ਦੂਰੋਂ ਜਾਈਏ ਭਾਗ ਹੈ। ਫਿਰ ਉਹ ਕਹਾਉਂਦਾ ਭਾਵੇਂ ਆਪਣੇ ਆਪ ਨੂੰ ਸੰਤ ਹੀ ਹੋਵੇ, ਪਰ ਉਹ ਸੰਤ ਨਹੀਂ, ਉਹ ਸਾਕਤ ਹੈ। ਜਿਹੜਾ ਸੰਤ ਹੁੰਦਾ ਉਹ ਜੋਤ ਦੀ ਗੱਲ ਕਰਦਾ, ਜਿਹੜਾ ਸਾਕਤ ਹੁੰਦਾ ਉਹ ਸਰੀਰ ਦੀ ਗੱਲ ਕਰਦਾ। ਉਹ ਸਰੀਰ ਨੂੰ ਸੁੱਖ ਦੇਣ ਦੇ ਚੱਕਰਾਂ 'ਚ ਪੈ ਜਾਂਦਾ, ਸੰਤ ਜੋਤ ਨੂੰ ਸੁੱਖ ਦੇਣ ਦੇ ਚੱਕਰ 'ਚ ਪੈਂਦਾ। ਅੰਗ 856 ਦੇ ਉੱਪਰ ਵੀ ਪਾਤਸ਼ਾਹ ਕਹਿੰਦੇ, ਚੇਤੀ ਅਚੇਤ ਮੂੜ ਮਨ ਮੇਰੇ ਬਾਜੇ ਅਨਹਦ ਵਾਜਾ। ਚੇਤੀ ਕਹਿੰਦੇ ਤੈਨੂੰ ਇਸ ਗੱਲ ਦੀ ਚੇਤਾ ਹੈ, ਤੂੰ ਕਦੇ ਸੋਚੀ ਹੈ? ਅਚੇਤ, ਤੂੰ ਤਾਂ ਅਚੇਤ ਹੋਇਆ ਬੈਠਾ। ਤੂੰ ਆਇਆ ਤਾਂ ਚੇਤਾ ਕਰਨ ਵਾਸਤੇ, ਤੂੰ ਚੇਤੇ ਵਾਲਾ ਕੰਮ ਹੀ ਛੱਡਤਾ। ਰੇ ਨਰ ਅਚੇਤ ਪਾਪ ਤੇ ਡਰ ਰਹੇ। ਹੁਣ ਸਾਡੇ ਕੀ ਕਹਿੰਦਾ ਵੀ ਅਚਨਚੇਤ ਜਿਹੜਾ ਪਾਪ ਹੁੰਦਾ ਉਹ ਤੋਂ ਵੀ ਡਰਨਾ ਚਾਹੀਦਾ। ਉਹ ਸੰਬੋਧਨ ਕੀਤਾ ਗਿਆ ਨਰ ਨੂੰ, ਰੇ ਨਰ ਅਚੇਤ, ਵੀ ਹੇ ਮਨੁੱਖ, ਹੇ ਜੀਵ, ਤੂੰ ਅਚੇਤ ਕਿਉਂ ਹੋਇਆ ਬੈਠਾ? ਤੂੰ ਕੁਛ ਚੇਤਾ ਕਰਨ ਕੀ ਆਇਆ ਹੈ? ਪਾਪ ਤੇ ਡਰ ਰਹੇ। ਤੂੰ ਆਪਣੀ ਇੱਛਾ ਛੱਡ, ਹੁਕਮ ਦਾ ਵਿਰੋਧ ਕਰਨਾ ਛੱਡ,
ਤੂੰ ਆਇਆ ਤਾਂ ਹੁਕਮ 'ਚ ਚੱਲਣ ਵਾਸਤੇ, ਤੂੰ ਤਾਂ ਹੁਕਮ ਦਾ ਹੀ ਵਿਰੋਧ ਕਰੀ ਜਾਂਦਾ। ਰੇ ਨਰ ਅਚੇਤ ਪਾਪ ਤੇ ਡਰ ਰੇ। ਪਾਪ ਹੈ ਆਪਣੀ ਇੱਛਾ ਰੱਖਣੀ, ਆਪਣੀ ਹੋਂਦ ਪ੍ਰਗਟ ਕਰਨੀ, ਆਪਣੇ ਆਪੇ ਨੂੰ ਅੱਗੇ ਰੱਖਣਾ, ਇਹ ਛੱਡਣਾ ਹੈ। ਇਹ ਤਾਂ ਸੱਚਖੰਡ 'ਚ ਕਰ ਕੀ ਆਏ ਆ। ਪਾਪ ਤਾਂ ਉੱਥੇ ਹੋ ਗਿਆ, ਪੁੰਨ ਕਮਾਉਣਾ ਇੱਥੇ ਆ ਕੇ। ਪੁੰਨ ਕੀ ਹੈ? ਉਹਦੀ ਭਾਣੇ 'ਚ ਚੱਲਣਾ, ਉਹਦੀ ਰਜਾ ਵਿੱਚ ਰਹਿਣਾ, ਉਹਦੇ ਹੁਕਮ ਨੂੰ ਸਵੀਕਾਰ ਕਰਨਾ। ਉਹਦੀ ਗੱਲ ਪਾਤਸ਼ਾਹ ਨੇ ਕਹਿੰਦੇ, ਚੇਤੀ ਅਚੇਤ ਮੂੜ ਮਨ ਮੇਰੇ, ਹੇ ਮੇਰੇ ਮੂਰਖ ਮਨਾ। ਜਿਹੜੇ ਕੰਮ ਨੂੰ ਚੇਤਾ ਕਰਨ ਵਾਸਤੇ ਉਹ ਚੇਤਾ ਕਰ। ਕੀ ਕਰਨਾ ਹੈ? ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਾਹੇ ਗਾਫਲ ਸੋਇਆ। ਆ ਕਰਨਾ ਹੈ। ਤਾਂ ਬਾਜੇ ਅਨਹਦ ਬਾਜਾ, ਕਹਿੰਦੇ ਤੇਰੇ ਅੰਦਰੋਂ ਬਾਜਾ ਵੱਜਣ ਲੱਗ ਜਾਣਾ ਉਹ। ਔਰ ਉਹ ਜਿਹੜਾ ਬਾਜਾ ਵੱਜਦਾ ਉਹ ਅਨਹਦ ਹੈ, ਉਹ ਹੱਦ ਤੋਂ ਰਹਿਤ ਹੈ। ਭਾਵ ਕਿ ਤਿੰਨੇ ਲੋਕਾਂ 'ਚ ਹੁਕਮ ਚੱਲਦਾ, ਤਿੰਨੇ ਲੋਕਾਂ 'ਚ ਤੈਨੂੰ ਵੀ ਸੁਣੂਗਾ। ਕਿ ਜਦੋਂ ਜੋਤ ਸਰੀਰ ਛੱਡ ਕੇ ਜਾਂਦੀ ਕਿੱਥੇ ਜਾਂਦੀ ਹੈ, ਜਦੋਂ ਸਰੀਰ ਨੇ ਜੋਤ ਸਰੀਰਾਂ 'ਚ ਆਈ ਉਹ ਕਿਵੇਂ ਆਈ, ਸਾਰਾ ਕੁਝ ਤੇਰੇ ਸਾਹਮਣੇ ਹੋਊਗਾ। ਪਰ ਹੋਊਗਾ ਉਦੋਂ ਜਦੋਂ ਤੂੰ ਹੁਕਮ 'ਚ ਆਏਗਾ। ਅੰਗ 974 ਉੱਪਰ ਪਾਤਸ਼ਾਹ ਕਹਿੰਦੇ, ਦੇਵ ਸਥਾਨੈ ਕਿਆ ਨਿਸ਼ਾਨੀ। ਹੁਣ ਕਿਸੇ ਨੇ ਪੁੱਛਿਆ ਵੀ ਜਿੱਥੇ ਦੇਵ ਰਹਿੰਦਾ ਫਿਰ ਉਹਦੀ ਕੀ ਨਿਸ਼ਾਨੀ ਹੈ ਜੀ? ਕਿਉਂਕਿ ਪਾਤਸ਼ਾਹ ਨੇ ਕਹਿਤਾ ਨਾ, ਅੰਤਰ ਦੇਵ ਨਾ ਜਾਣੇ ਅੰਧ। ਪੰਡਤ ਨੂੰ ਕਹਿੰਦੇ ਦੇਵ ਤਾਂ ਤੇਰੇ ਅੰਦਰ ਹੈ, ਤੇ ਤੂੰ ਬਾਹਰ ਦੇਵਤੇ ਦੀ ਪੂਜਾ ਕਰੀ ਜਾਂਦਾ। ਤੂੰ ਚੇਤਨ ਪੂਜਾ ਜੜ ਦੀ ਕਰਦਾ ਹੈ। ਇਦੋਂ ਮੂਰਖ ਕੌਣ ਹੋ ਸਕਦਾ? ਕਾਹੇ ਪੂਜਿਤ ਹੈ ਪਸ ਪਾਹਨ ਮੈਂ ਪਰਮੇਸ਼ਰ ਨਾਹੇ। 10ਵੇਂ ਪਾਤਸ਼ਾਹ ਕਹਿੰਦੇ ਦੇਵ ਸਥਾਨੀ, ਸਥਾਨ ਹੈ ਕਿਆ ਨਿਸ਼ਾਨੀ। ਕਹਿੰਦੇ ਕੀ ਨਿਸ਼ਾਨੀ ਹੈ ਭਾਈ? ਕਹਿੰਦੇ ਤਹਿ ਬਾਜੇ ਸ਼ਬਦ ਅਨਾਹਦ ਬਾਣੀ। ਜਿੱਥੇ ਦੇਵ ਹੈ, ਜਿਹੜੇ ਹਿਰਦੇ 'ਚ ਉਹ ਬੈਠਾ ਹੈ, ਉਹਦੀ ਆ ਨਿਸ਼ਾਨੀ ਹੈ। ਭਾਵ ਕਿ ਜਿਹਦੇ ਅੰਦਰ ਸ਼ਬਦ ਗੁਰੂ ਪ੍ਰਗਟ ਹੈ, ਤਹਿ ਬਾਜੇ ਸ਼ਬਦ ਅਨਾਹਦ ਬਾਣੀ। ਉਹਦੀ ਜਿਹੜੀ ਬਾਣੀ ਆ ਉਹ ਅਨਾਹਦ ਹੈ, ਉਹਨੂੰ ਕੋਈ ਵੀ ਕੱਟ ਨਹੀਂ ਸਕਦਾ, ਉਹਨੂੰ ਕੋਈ ਰੱਦ ਨਹੀਂ ਕਰ ਸਕਦਾ। ਜਿੱਡੇ ਮਰਜੀ ਕੋਈ ਉਹਦੇ ਅੱਗੇ ਆ ਕੇ ਸਵਾਲ ਕਰੀ ਜਾਵੇ, ਉਹਦੇ ਹਰ ਇੱਕ ਸਵਾਲ ਦਾ ਜਵਾਬ ਦਊਗਾ ਉਹ। ਹਰ ਸਵਾਲ ਦਾ ਜਵਾਬ ਵੀ ਸਹੀ ਦਊਗਾ। ਕਿਸੇ ਗੱਲ ਦੇ ਸਵਾਲ ਦੇ ਜਵਾਬ ਨੂੰ ਇਹ ਨਹੀਂ ਕਹੋ ਮੈਨੂੰ ਨਹੀਂ ਪਤਾ, ਕੱਲ੍ਹ ਨੂੰ ਦੱਸੂਗਾ ਜਾਂ ਪਰਸੋਂ ਨੂੰ ਦੱਸੂਗਾ। ਜਦੇ ਜਵਾਬ ਦਊਗਾ ਹਾਜ਼ਰ। ਹਾਜ਼ਰਾ ਹਜੂਰ ਹੈ, ਜਾਹਰਾ ਜਹੂਰ ਹੈ। ਜਹ ਜਹ ਪੇਖੋ ਤਹ ਹਜੂਰ, ਦੂਰ ਕਤ ਹੋ ਨਾ ਜਾਈ। ਦੂਰ ਤਾਂ ਜਾਊਗਾ ਜੇ ਨੇੜੇ ਨਹੀਂ ਹੈ। ਉਹ ਤਾਂ ਆਪ ਹੀ ਹਜੂਰ ਬਣਿਆ ਹੋਇਆ। ਉਹਦੇ ਕੋਲ ਕੋਈ ਵੀ ਸਵਾਲ ਕਰੇ ਆ ਕੇ, ਚਾਹੇ ਉਹ ਧਰਮ ਦਾ ਚਾਹੇ ਉਹ ਅਧਰਮ ਦਾ, ਉਹਦਾ ਜਵਾਬ ਦਿੰਦਾ ਹੈ। ਬਹੁਤ ਵਿਚਿੱਤਰ ਖੇਡ ਆ ਮਨਾ ਇਹ ਤੁਰਕੀ ਬਾਣੀ ਵਾਲੀ। ਅੱਜ 10ਵੇਂ ਗ੍ਰੰਥ ਦੇ ਉੱਪਰ ਅਟੈਕ ਕਰਦਾ ਵੀ 10ਵੇਂ ਪਾਤਸ਼ਾਹ ਨੇ ਜੀ ਉਹ ਅਸ਼ਲੀਲ ਗੱਲਾਂ ਲਿਖਤੀਆਂ, ਤ੍ਰਿਆ ਚਰਿੱਤਰ ਲਿਖਤੀਆਂ, ਉਹ ਵੀ ਇੱਕ ਧਰਮ ਦਾ ਹਿੱਸਾ ਹੈ। ਅਸ਼ਲੀਲ ਗੱਲਾਂ ਤਾਂ ਵੀ ਜਿਹਨੂੰ ਤੁਸੀਂ ਅਸ਼ਲੀਲ ਮੰਨਦੇ ਹੋ, ਜਦ ਕਿ ਜੋਤ ਦੇ ਲੈਵਲ ਤੇ ਕੋਈ ਚੀਜ਼ ਅਸ਼ਲੀਲ ਹੁੰਦੀ ਹੋਈ ਨਹੀਂ ਹੈ। ਜਾਤ ਦੇ ਲੈਵਲ ਤੇ ਅਸ਼ਲੀਲ ਗੱਲਾਂ ਨੇ। ਗੁਰਬਾਣੀ ਗੱਲ ਹੀ ਜੋਤ ਦੀ ਕਰਦੀ ਹੈ। ਉੱਥੇ ਸ਼ਬਦ ਸਰੀਰ ਦੇ ਵਰਤੇ ਲੱਗਦੇ ਆ, ਪਰ ਉਹੀ ਤਾਂ ਸ਼ਬਦ ਆਦਿ ਗੁਰੂ ਗ੍ਰੰਥ ਸਾਹਿਬ 'ਚ ਵੀ ਨੇ। ਇਹਨਾਂ ਨੂੰ ਨਹੀਂ ਫਿਰ ਕਹਿੰਦੇ ਵੀ ਇਹਨਾਂ ਨੂੰ ਕੱਟੋ ਵੀ ਇਹ ਬਾਹਮਣ ਨੇ ਰਲਾਤੇ ਵਿੱਚ, ਉਹਨਾਂ ਦੇ ਰੌਲਾ ਪਾਉਂਦੇ। ਕਿਉਂਕਿ ਘੱਟ ਬੁੱਧੀ ਦੀ ਗੱਲ ਹੈ। ਜਿੰਨਾ ਚਿਰ ਪੂਰੀ ਸੋਝੀ ਨਹੀਂ ਆਉਂਦੀ, ਉਨਾ ਚਿਰ ਬੰਦਾ ਹਰੇਕ ਚੀਜ਼ ਨੂੰ ਗਲਤ ਹੀ ਸਮਝਦਾ ਹੈ। ਪਰ ਜਦੋਂ ਪੂਰੀ ਸੋਝੀ ਆ ਜਾਂਦੀ ਹੈ, ਫਿਰ ਪਤਾ ਲੱਗਦਾ ਵੀ ਅਸਲ ਚੀਜ਼ ਕੀ ਹੈ, ਨਕਲ ਚੀਜ਼ ਕੀ ਹੈ। ਅੰਗ 988 ਉੱਪਰ ਵੀ ਪਾਤਸ਼ਾਹ ਕਹਿੰਦੇ, ਧੰਨ ਧੰਨ ਓਏ ਰਾਮ ਬੇਨ ਬਾਜੈ, ਮਦਰ ਮਦਰ ਤੁਨ ਅਨਹਦ ਗਾਜੈ। ਕਹਿੰਦੇ ਧੰਨ ਧੰਨ, ਉਹ ਜਿਹੜੀ ਜੋਤ ਹੈ ਉਹ ਧੰਨ ਹੈ ਦੋਹਾਂ ਲੋਕਾਂ ਦੇ ਵਿੱਚ, ਇਸ ਭਵ ਸਾਗਰ ਵਿੱਚ ਵੀ ਤੇ ਸੁਖ ਸਾਗਰ ਵਿੱਚ। ਉਹ ਰਾਮ ਬੇਨ ਵੱਜੈ, ਜਿਹਦੇ ਅੰਦਰ ਰਾਮ ਬੇਨ ਵੱਜਦੀ ਹੈ। ਹੁਣ ਦੇਖੋ, ਸੰਸਾਰੀ ਤੌਰ ਤੇ ਜਦੋਂ ਇਹਦੇ ਅਰਥ ਕੀਤੇ ਜਾਂਦੇ, ਉਹ ਕ੍ਰਿਸ਼ਨ ਨੂੰ ਕਹਿੰਦੇ ਵੀ ਬੀਨ ਵਜਾਈ। ਜਿਹੜਾ ਸੰਸਾਰੀ ਤੌਰ ਤੇ ਕ੍ਰਿਸ਼ਨ ਹੁੰਦਾ ਉਹ ਬੀਨ ਵਜਾਉਂਦਾ, ਬੰਸਰੀ ਵਜਾਉਂਦਾ। ਪਰ ਸੰਸਾਰੀ ਤੌਰ ਤੇ ਜਿਹੜਾ ਰਾਮਚੰਦਰ ਹੋਇਆ ਉਹਨੇ ਬੇਨ ਨਹੀਂ ਵਜਾਈ। ਪਰ ਇੱਥੇ ਤਾਂ ਲਿਖਿਆ ਓਏ ਰਾਮ ਬੇਨ ਵੱਜੈ। ਨਿਰਾਕਾਰੀ ਤੌਰ ਤੇ ਜਿਹੜਾ ਨਿਰਾਕਾਰੀ ਰਾਮ ਹੈ, ਦਰਗਾਹੀ ਰਾਮ ਹੈ, ਉਹਦੀ ਬੇਨ ਵੱਜਦੀ ਹੈ।
ਤੇ ਜਿਹੜਾ ਨਿਰਾਕਾਰੀ ਕ੍ਰਿਸ਼ਨ ਆ ਉਹਦੀ ਬਾਂਸਰੀ ਵੱਜਦੀ ਹੈ। ਬੇਨ ਤੇ ਬਾਂਸਰੀ 'ਚ ਫਰਕ ਹੁੰਦਾ, ਪਰ ਸਾਨੂੰ ਨਹੀਂ ਪਤਾ, ਗੁਰਮੁਖਾਂ ਨੂੰ ਪਤਾ ਹੈ। ਰਾਮ ਬੇਨ ਵੱਜਦੀ ਹੈ, ਰਾਮ ਦਾ ਹੁਕਮ ਹੀ ਚੱਲਦਾ। ਤੇ ਬਾਂਸਰੀ 'ਚ ਕੀ ਹੁੰਦਾ? ਬਾਂਸਰੀ 'ਚ ਛੇਦ ਹੁੰਦੇ ਆ, ਤੇ ਛੇਦਾਂ 'ਚੋਂ ਵੱਖੋ ਵੱਖਰੀ ਆਵਾਜ਼ ਆਉਂਦੀ ਹੈ। ਕ੍ਰਿਸ਼ਨ ਦੀ ਵੱਖੋ ਵੱਖਰੀ ਆਵਾਜ਼ ਹੈ, ਮਨ ਦੀ ਵੱਖੋ ਵੱਖਰੀ ਆਵਾਜ਼ ਹੈ। ਜਿਹੜਾ ਸਾਡਾ ਅੰਦਰਲਾ ਰਾਮ ਹੈ, ਮੂਲ ਆ, ਉਹਦੀ ਇੱਕੋ ਹੀ ਗੱਲ ਹੈ, ਉਹ ਦੂਜੀ ਗੱਲ ਨਹੀਂ ਕਹਿੰਦਾ। ਇਸੇ ਕਰਕੇ ਸੰਸਾਰੀ ਤੌਰ ਤੇ ਵੀ ਰਾਮਚੰਦਰ ਨੂੰ ਮਰਜ਼ਾਦਾ ਪੁਰਸ਼ੋਤਮ ਕਹਿੰਦੇ ਆ। ਕ੍ਰਿਸ਼ਨ ਦੀ ਕਹਿੰਦੇ ਕੋਈ ਮਰਜ਼ਾਦਾ ਹੀ ਨਹੀਂ ਸੀ। ਵਾਕਈ ਗੱਲ, ਮਨ ਦੀ ਤਾਂ ਕੋਈ ਮਰਜ਼ਾਦਾ ਹੀ ਨਹੀਂ ਹੁੰਦੀ ਸੰਸਾਰੀ। ਪਰ ਗੁਰਮਤਿ ਦੇ ਅਨੁਸਾਰ ਮਰਜ਼ਾਦਾ ਕੁਛ ਨਹੀਂ ਹੈ। ਗੁਰਮਤਿ 'ਚ ਰਹਿਤ ਹੈ ਕਿ ਮਨ ਦੀ ਕੋਈ ਵੀ ਰਹਿਤ ਨਹੀਂ ਹੈ। ਮਨ ਕਿਸੇ ਰਹਿਤ ਨੂੰ ਰੱਖਣ ਨਹੀਂ। ਰਹਿਤ ਹੁੰਦੀ ਹੈ ਕਿਸੇ ਚੀਜ਼ ਦੇ ਅਧੀਨ ਹੋਣਾ, ਜਿਹਨੂੰ ਅਸੀਂ ਬੰਦਗੀ ਕਹਿੰਦੇ ਹਾਂ। ਬੰਦਗੀ ਦਾ ਭਾਵ ਹੀ ਹੁੰਦਾ ਕਿਸੇ ਚੀਜ਼ 'ਚ ਬਾਉਂਡ ਹੋ ਕੇ ਰਹਿਣਾ, ਕਿਸੇ ਦਾਇਰੇ 'ਚ ਰਹਿਣਾ। ਮਰਜ਼ਾਦਾ ਹੁੰਦੀ ਹੈ ਕਿਸੇ ਦਾਇਰੇ 'ਚ ਨਹੀਂ ਰਹਿਣਾ, ਆਪਣੀ ਮਰਜ਼ੀ ਕਰਨੀ। ਅੱਜ ਸੰਤਾਂ ਦੀਆਂ ਮਰਜ਼ਾਦਾਵਾਂ ਨੇ, ਗੁਰਮੁਖਾਂ ਦੀ ਮਰਜ਼ਾਦਾ ਨਹੀਂ ਹੁੰਦੀ। ਗੁਰਮੁਖਾਂ ਦੀ ਰਹਿਤ ਹੁੰਦੀ ਹੈ। ਗੁਰਬਾਣੀ ਪੜ੍ਹ ਕੇ ਦੇਖੋ, ਇੱਕ ਵਾਰੀ ਵੀ ਸ਼ਬਦ ਮਰਜ਼ਾਦਾ ਨਹੀਂ ਆਉਂਦਾ। ਰਹਿਤ ਥਾਂ ਥਾਂ ਤੇ ਆਉਂਦਾ ਗੁਰਬਾਣੀ 'ਚ। ਇਸੇ ਕਰਕੇ ਸੰਤਾਂ ਦੀ ਆਪਸ ਵਿੱਚ, ਜਿਹੜੇ ਸੰਸਾਰੀ ਸੰਤ ਨੇ, ਕਿਸੇ ਦੀ ਇੱਕ ਦੂਜੇ ਨਾਲ ਨਹੀਂ ਬਣਦੀ। ਜਿਹੜੇ ਨਿਰਾਕਾਰੀ ਸੰਤ ਨੇ, ਉਹਨਾਂ ਦੀ ਸਾਰਿਆਂ ਦੀ ਇੱਕ ਦੂਜੇ ਨਾਲ ਬਣਦੀ ਹੈ। ਨਿਰਾਕਾਰੀ ਸੰਤ ਰਾਮ ਆਪਣਾ ਧਰੂ ਜੀ ਹੋਏ ਨੇ, ਤੇ 10ਵੇਂ ਪਾਤਸ਼ਾਹ ਨੇ। ਇੱਕ ਹੈ ਸਾਰਿਆਂ ਦੀ ਗੱਲ, ਕਿਤੋਂ ਮਰਜ਼ੀ ਫੜ ਕੇ ਦੇਖੋ, ਇੱਕ ਗੱਲ ਨਿਕਲੂਗੀ। ਪਰ ਜਿਹੜੇ ਸੰਸਾਰੀ ਸੰਤ ਨੇ, ਉਹਨਾਂ ਦੀ ਜਿਹੜੇ ਦੀ ਮਰਜ਼ੀ ਗੱਲ ਦੇਖ ਲਓ ਤੁਸੀਂ, ਸਭ ਦੀ ਇੱਕ ਦੂਜੇ ਨੂੰ ਵੱਖੋ ਵੱਖਰੀ। ਉਹ ਕਹਿੰਦਾ ਇਹ ਐਂ ਕਰੋ, ਉਹ ਕਹਿੰਦਾ ਐਂ ਕਰੋ। ਪਰ ਗੁਰਬਾਣੀ ਵਾਲੇ ਸੰਤ ਨੇ ਜਿਹੜੇ, ਉਹ ਸਾਰੇ ਕਹਿੰਦੇ ਇੱਕੋ ਹੀ ਗੱਲ ਆਈ ਹੋਣਾ, ਦੂਜੀ ਕੋਈ ਗੱਲ ਹੈ ਹੀ ਨਹੀਂ ਹੈ। ਸੋ ਸੁਣਿਆ ਈਸਰ ਬ੍ਰਹਮਾ ਇੰਦ, ਸੁਣਿਆ ਮੁਖ ਸੁਲਾਹਣ ਮੰਦ। ਪਾਤਸ਼ਾਹ ਕਹਿੰਦੇ ਵੀ ਜਿਨ੍ਹਾਂ ਨੂੰ ਉਹ ਚੀਜ਼ ਸੁਣਦੀ ਹੈ, ਉਹਨਾਂ ਨੂੰ ਭਾਵੇਂ ਸੰਸਾਰੀ ਤੌਰ ਤੇ ਲੋਕ ਇਹ ਕਹਿੰਦੇ ਨੇ ਵੀ ਇਹਨਾਂ ਦੀ ਮੰਦ ਬੁੱਧੀ ਹੈ,